ਤੁਹਾਨੂੰ ਮੈਂ ਗੱਲ ਕਰਾਉਣ ਲੱਗਾ ਹਾਂ, ਸਾਡੇ ਮਿਸਟਰ ਹਰਜੀਤ ਸਿੰਘ ਡਾਇਰੈਕਟਰ ਸਾਹਿਬ ਨੇ ਨਾਭੀ ਵੇਦਾ ਜਿਹੜੀ ਇਹਨਾਂ ਨੇ ਇੱਕ ਯੰਤਰ ਤਿਆਰ ਕੀਤਾ, ਉਹ ਯੰਤਰ ਨਹੀਂ, ਅਸੀਂ ਲੋਕ ਡਰਾਮਾ ਕਹਿੰਦੇ ਆ, ਪਰ ਉਹ ਡਰਾਮੇ ਨੂੰ ਹੈ ਕੀ ਚੀਜ਼। ਅੱਜ ਸਾਡੀ ਪੂਰੀ ਟੀਮ ਇੱਥੇ ਪਹੁੰਚੀ ਆ। ਸਾਡੇ ਡਾਇਰੈਕਟਰ ਸਾਹਿਬ ਨੇ। ਸਰ ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ, ਤੇ ਸਾਡੇ ਸ਼ਹਿਰ 'ਚ ਆਏ ਹੋ ਤੁਸੀਂ, ਤੁਹਾਨੂੰ ਤਾਂ ਬਹੁਤ ਮੁਬਾਰਕਾਂ। ਤੇ ਸਰ ਤੁਸੀਂ ਸਾਨੂੰ ਇੱਕ ਗੱਲ ਦੱਸੋ ਵੀ ਪਹਿਲਾਂ ਤਾਂ ਅਸੀਂ ਇੱਕ ਤੁਹਾਨੂੰ, ਤੁਸੀਂ ਵੀ ਸਕੂਲ ਜਾਂਦੇ ਰਹੇ ਹੋ, ਉਦੋਂ ਇੱਕ ਜਾਦੂਗਰ ਆਉਂਦਾ ਹੁੰਦਾ ਸੀ ਤੇ ਉਹ ਜਾਦੂ ਵਿਖਾਉਂਦਾ ਸੀ, ਕਦੀ ਸਿੱਕੇ 2 ਕਰ ਦਿੰਦਾ ਸੀ, ਕਦੀ ਰੁਮਾਲ 4 ਕਰ ਦਿੰਦਾ ਸੀ। ਅੱਜ ਕੱਲ੍ਹ ਦੀਆਂ ਦਵਾਈਆਂ ਤੇ ਅਸੀਂ, ਤੁਸੀਂ ਖੁਦ ਦੇਖ ਚੁੱਕੇ ਹੋ, ਦੇਸੀ ਆ, ਅੰਗਰੇਜ਼ੀ ਆ, ਹੋਮੋਪੈਥਿਕ ਆ, ਉਹ ਖਾ ਕੇ ਬੰਦਾ ਕਿਤੇ ਠੀਕ ਹੁੰਦਾ। ਅਸੀਂ ਤੁਹਾਡੇ ਕੋਲ ਕਿਹੜਾ ਐਸਾ ਯੰਤਰ ਲੈਣ ਦਾ, ਤੁਸੀਂ ਜਿਹੜਾ ਵੀ ਨਾਭੀ 'ਚ 2 ਬੂੰਦਾ ਤੇਲ ਪਾਓ ਤੇ 25 ਤੋਂ 30 ਬਿਮਾਰੀਆਂ ਦਾ ਤੁਸੀਂ ਕਹਿ ਰਹੇ ਹੋ ਕਿ ਠੀਕ ਹੋ ਜਾਣਗੀਆਂ। ਸਰ ਤੁਹਾਡਾ ਜਿਹੜਾ ਕੁਐਸਚਨ ਹੈਗਾ ਉਹ ਜਾਇਜ਼ ਹੈਗਾ ਆ। ਇਹ ਵਾਕਈ ਇੱਕ ਜਾਦੂ ਹੈਗਾ ਆ। ਇਹ ਜਿਹੜੀ ਦਵਾਈ ਆ ਇਹ ਇੱਕ ਆਯੁਰਵੈਦਿਕ ਮੈਡੀਸਨ ਆ ਸਰ। ਤੁਸੀਂ ਦੇਖੋ ਕਿ ਇਹਦੀ ਜਿਹੜੀ ਖਾਸੀਅਤ ਆ ਉਹ ਇਹ ਆ ਕਿ ਇਹ ਮੈਡੀਸਨ ਨਾ ਖਾਣੀ ਆ ਨਾ ਪੀਣੀ ਆ, ਕਿਉਂਕਿ ਅੱਜ ਕੱਲ੍ਹ ਜਿੰਨੀਆਂ ਬਿਮਾਰੀਆਂ ਆ ਉਨੀਆਂ ਹੀ ਦਵਾਈਆਂ ਆ, ਅਤੇ ਲੋਕੀ ਦਵਾਈਆਂ ਖਾ ਕੇ ਜਾਂ ਪੀ ਕੇ ਅੱਕ ਚੁੱਕੇ ਆ। ਸੋ ਸਾਡਾ ਜਿਹੜਾ ਥੋਟ ਪ੍ਰੋਸੈਸ ਆ ਉਹ ਇਹੀ ਰਿਹਾ ਆ ਕਿ ਸਾਡੇ ਪੁਰਾਣੇ ਜਿਹੜੇ ਬਜ਼ੁਰਗ ਸੀਗੇ ਜਾਂ ਪੁਰਾਤਨ ਟਾਈਮ ਸੀਗਾ, ਉਹਦੇ ਵਿੱਚ ਜਿਹੜੇ ਵੈਦ ਹੁੰਦੇ ਸੀਗੇ, ਜਾਂ ਤਾਂ ਉਹ ਸਰ ਸਾਡੀ ਨਬਜ਼ ਦੇਖਦੇ ਸੀਗੇ ਜਾਂ ਸਾਡਾ ਪੇਟ ਦੇਖਦੇ ਹੁੰਦੇ ਸੀਗੇ, ਅਤੇ ਇੱਕ ਚੂਰਨ ਜਿਹੇ ਦੀ ਪੂੜੀ ਬਣਾ ਕੇ ਸਾਨੂੰ ਦੇ ਦਿੰਦੇ ਹੁੰਦੇ ਸੀਗੇ ਅਤੇ ਲੋਕੀ ਉਹਦੇ ਨਾਲ ਹੀ ਠੀਕ ਹੋ ਰਹੇ ਸੀਗੇ। ਸੋ ਸਾਡਾ ਮਕਸਦ, ਨਾਭੀ ਵੈਦਾ ਦਾ ਮਕਸਦ ਇਹੀ ਆ ਕਿ ਲੋਕੀ ਜਿਨ੍ਹਾਂ ਦਵਾਈਆਂ ਤੋਂ ਖਾ ਕੇ ਅੱਕ ਚੁੱਕੇ ਆ ਅਤੇ ਉਹਨਾਂ ਨੂੰ ਆਰਾਮ ਵੀ ਨਹੀਂ ਆ ਰਿਹਾ, ਅਸੀਂ ਉਹਨਾਂ ਨੂੰ ਆਯੁਰਵੈਦ ਦੇ ਨਾਲ ਜੋੜਨਾ ਚਾਹੁੰਦੇ ਹਾਂ। ਨਾਭੀ ਵੈਦਾ ਦਾ ਇਹ ਮਕਸਦ ਹੈਗਾ ਆ। ਇਹ ਦਵਾਈ ਇੱਕ ਜੜੀ ਬੂਟੀਆਂ ਦਾ ਮਿਸ਼ਰਣ ਹੈਗਾ ਆ, ਇੱਕ ਅਰਕ ਹੈਗਾ ਆ ਸਰ। ਅੱਜ ਦਾ ਜਿਹੜਾ ਮੈਂ ਤੁਹਾਨੂੰ ਫਿਰ ਸਵਾਲ ਫਿਰ ਉਹੀ ਪੁੱਛੂੰਗਾ ਵੀ ਤੁਸੀਂ ਤਾਂ ਕਿਹਾ ਵੀ ਇਹਦੇ ਨਾਲ 25 ਤੋਂ 30 ਬਿਮਾਰੀਆਂ ਤੁਸੀਂ ਠੀਕ ਕਰਦੇ ਹੋ ਜੀ। ਇਹ ਕੀ ਇਹਦੇ 'ਚ ਕੋਈ ਅੱਜ ਤੱਕ ਕੀ ਤੁਸੀਂ ਠੀਕ ਕੀਤਾ, ਉਹਦੇ ਵਿੱਚ ਕਿਹੜੀ ਬਿਮਾਰੀ ਠੀਕ ਕੀਤੀ, ਇਹ ਕਿੱਥੋਂ ਤੁਹਾਨੂੰ ਫਾਰਮੂਲਾ ਜਾਂ ਤੁਸੀਂ ਘਰ ਬਣਾਇਆ? ਤੁਹਾਡੀ ਦੇਖਣ ਨੂੰ ਜਾਈਏ ਤਾਂ ਤੁਹਾਡੀ ਏਜ ਮੇਰੇ ਹਿਸਾਬ ਨਾਲ 25 ਤੋਂ 26 ਜਾਂ 27 ਸਾਲ ਦੇ ਵਿੱਚ ਹੈਗੇ ਹੋ। ਇਹ ਤਾਂ ਕੰਮ ਚਲੋ ਮੈਂ ਮੰਨਦਾ, ਜੇ ਤੁਸੀਂ ਬਜ਼ੁਰਗ ਹੁੰਦੇ ਤਾਂ ਤੁਹਾਨੂੰ ਹਕੀਮ ਵੀ ਕਹਿ ਦਿੰਦੇ, ਪਰ ਹੁਣ ਅਸੀਂ ਪਬਲਿਕ ਨੂੰ ਕੀ ਦੱਸੀਏ ਕਿ ਤੁਸੀਂ ਹਕੀਮ ਹੋ, ਕੀ ਹੋ ਤੁਸੀਂ, ਕਿੱਥੋਂ ਇਹ ਯੰਤਰ ਤਿਆਰ ਕੀਤਾ, ਕਿੱਥੋਂ ਲਿਆਂਦਾ, ਕਿੱਦਾਂ ਤੁਹਾਨੂੰ ਕੋਈ ਸੁਪਨਾ ਆ ਗਿਆ ਫਾਰਮੂਲੇ ਦੇ ਵਿੱਚ ਇਹਦੇ 'ਚ ਤੁਹਾਨੂੰ? ਸਰ ਇਹਦੇ ਵਿੱਚ ਸੁਪਨਾ ਆਉਣ ਵਾਲੀ ਕੋਈ ਗੱਲ ਨਹੀਂ ਹੈਗੀ। ਇਹਦੇ ਵਿੱਚ ਨਾ ਹੀ ਕੋਈ ਇੱਦਾਂ ਦੀ ਚੀਜ਼ ਹੈਗੀ ਆ, ਜਿੱਦਾਂ ਮੈਂ ਕਿਹਾ ਕਿ ਜੜੀ ਬੂਟੀਆਂ ਦਾ ਮਿਸ਼ਰਣ ਆ। ਅਗਰ ਤੁਸੀਂ ਇਸ ਮੈਡੀਸਨ ਦੇ ਇੰਗਰੀਡੀਐਂਟਸ ਪੜ੍ਹਦੇ ਆ ਤਾਂ ਇਹਦੇ ਵਿੱਚ ਤੁਹਾਨੂੰ ਇੰਗਰੀਡੀਐਂਟਸ ਇੱਦਾਂ ਦੇ ਮਿਲੂਗੇ ਜਿਹੜੇ ਆਲਰੇਡੀ ਪਹਿਲਾਂ ਪਈ ਆ। ਉਹ ਆਪਣੇ ਆਪ ਦੇ ਵਿੱਚ ਇੱਕ ਸ਼ਖਸੀਅਤ ਹੈਗੀ ਆ, ਉਹ ਬੜੀ ਦੇਰ ਤੋਂ ਆਯੁਰਵੈਦ ਦੇ ਨਾਲ ਜੁੜੇ ਹੋਏ ਆ, ਅਤੇ ਇਹ ਉਹਨਾਂ ਦੇ ਨਾਲ ਜਦੋਂ ਗੱਲਾਂ ਬਾਤਾਂ ਹੋਈਆਂ ਜਾਂ ਅਸੀਂ ਖੁਦ ਆਯੁਰਵੈਦ ਦੀ ਸਟੱਡੀ ਕੀਤੀ ਤਾਂ ਉਹਨਾਂ ਚੀਜ਼ਾਂ ਦਾ ਸਾਹਮਣਾ ਮਤਲਬ ਕਿ ਸਾਡੇ ਸਾਹਮਣੇ ਆਈਆਂ ਕਿ ਇਹ ਚੀਜ਼ਾਂ ਤਾਂ ਪਹਿਲਾਂ ਹੀ ਲੋਕੀ ਆਲਰੇਡੀ ਘਰਾਂ 'ਚ ਵਰਤਦੇ ਹੁੰਦੇ ਸੀਗੇ। ਜਿੱਦਾਂ ਹੁਣ ਤੁਸੀਂ ਕਿਹਾ ਕਿ ਸੁਪਨਾ ਆਇਆ ਵੀ ਕਿੱਥੋਂ ਇਹਦੇ ਇੰਗਰੀਡੀਐਂਟਸ ਮਿਲ ਗਏ। ਸਰ ਤੁਸੀਂ ਮੈਨੂੰ ਇਹ ਦੱਸੋ ਕਿ ਜਦੋਂ ਸਾਡਾ ਪੇਟ ਖਰਾਬ ਹੁੰਦਾ ਆ, ਚਲੋ ਅੱਜ ਕੱਲ੍ਹ ਦੀ ਜਨਰੇਸ਼ਨ ਤਾਂ ਛੱਡੋ, ਪਰ ਥੋੜ੍ਹਾ ਜਿਹਾ ਆਪਾਂ ਪਿੱਛੇ ਚੱਲਦੇ ਹਾਂ, ਅਗਰ 10 ਸਾਲ ਪਿੱਛੇ ਚੱਲਦੇ ਹਾਂ ਤਾਂ ਪੇਟ ਖਰਾਬ ਹੁੰਦਾ ਸੀਗਾ ਤਾਂ ਮਾਪੇ ਸਾਨੂੰ ਕੀ ਦਿੰਦੇ ਹੁੰਦੇ ਸੀ? ਇੰਨਾ ਕੁ ਤਾਂ ਤੁਹਾਨੂੰ ਵੀ ਪਤਾ ਹੋਣਾ, ਜੇ ਮੈਂ 35 ਦਾ ਆਇਆ ਤਾਂ ਤੁਸੀਂ ਵੀ ਮੇਰੇ ਕਰੀਬ ਹੀ ਹੋਣੇ ਆ। ਤਾਂ ਸਾਨੂੰ ਲੌਂਗ ਤੇ ਅਜਵਾਇਣ ਦਿੱਤਾ ਜਾਂਦਾ ਸੀਗਾ। ਹਾਂਜੀ, ਠੀਕ ਹੈ ਜੀ। ਜਾਂ ਸਾਨੂੰ ਕਾਲਾ ਨਮਕ ਤੇ ਅਜਵਾਇਣ ਦਿੱਤੀ ਜਾਂਦੀ ਸੀਗੀ, ਜਿਹਦੇ ਨਾਲ ਸਾਡਾ ਪੇਟ ਠੀਕ ਹੋ ਜਾਂਦਾ ਸੀਗਾ। ਇਹਨਾਂ ਦਵਾਈਆਂ ਦੇ ਵਿੱਚ, ਇਸ ਦਵਾਈ ਦੇ ਵਿੱਚ ਉਹਨਾਂ ਹੀ ਜੜੀ ਬੂਟੀਆਂ ਦਾ ਮਿਸ਼ਰਣ ਹੈ ਸਰ। ਜੈਫਲ ਹੋ ਗਿਆ, ਜਵਿੱਤਰੀ ਹੋ ਗਈ, ਨਿੰਮ ਦਾ ਤੇਲ ਹੋ ਗਿਆ ਸਰ, ਸਰੋਂ ਦਾ ਤੇਲ ਹੋ ਗਿਆ, ਅਤੇ ਇਹਦੇ ਵਿੱਚ ਤੁਸੀਂ ਲੌਂਗ ਦਾ ਤੇਲ ਕਹਿ ਦਿਓ, ਆਲਮੰਡ ਦਾ ਤੇਲ ਕਹਿ ਲਓ, ਕੋਕੋਨਟ ਦਾ ਤੇਲ ਕਹਿ ਲਓ ਸਰ। ਇੱਦਾਂ ਦੀਆਂ 19 ਪ੍ਰਕਾਰ ਦੀਆਂ ਜੜੀ ਬੂਟੀਆਂ ਜਿਨ੍ਹਾਂ ਦਾ ਇਹ ਮਿਸ਼ਰਣ ਆ। ਅਤੇ ਉਹ ਧੁੰਨੀ 'ਚ ਹੀ ਕਿਉਂ ਪਾਉਣਾ ਅਸੀਂ ਇਹਨੂੰ ਸਹੀ ਸਮਝਿਆ, ਕਿਉਂਕਿ ਸਾਡੇ ਜਿਹੜੇ ਬਜ਼ੁਰਗ ਆ ਉਹ ਨਹਾਉਣ ਤੋਂ ਬਾਅਦ, ਅਗਰ ਤੁਸੀਂ ਥੋੜ੍ਹੀ ਇਹ ਕਹੂੰਗਾ ਕਿ ਜਿਹੜੀ ਧੁੰਨੀ ਅਸੀਂ ਇਸ ਲਈ ਚੁਣੀ ਆ ਕਿਉਂਕਿ ਸਾਡੇ ਸਰੀਰ ਦੇ ਵਿੱਚ ਜਿਹੜੀਆਂ 72,000 ਨਸਾਂ, ਉਹਨਾਂ ਦਾ ਸਿੱਧਾ ਸੰਪਰਕ ਸਾਡੀ ਧੁੰਨੀ ਦੇ ਨਾਲ ਆ। ਸਰੋਂ ਦੇ ਤੇਲ ਦੀ ਆਪਾਂ ਗੱਲ ਕਰ ਰਹੇ ਸੀਗੇ, ਖਾਸ ਕਰਕੇ ਅੱਜ ਦਾ ਜਿਹੜਾ ਟਾਈਮ ਆ, ਹੁਣ ਜਿਹੜਾ ਟਾਈਮ ਮੌਸਮ ਚੱਲ ਰਿਹਾ ਆ, ਤੁਸੀਂ ਖਾਲੀ ਸਰੋਂ ਦਾ ਤੇਲ ਅਜਮਾ ਕੇ ਦੇਖ ਲਓ। ਆਪਣੀ ਧੁੰਨੀ ਨੂੰ ਅਗਰ ਤੁਸੀਂ ਰੋਜ਼ਾਨਾ ਲਾਣੇ ਆ ਤਾਂ ਤੁਹਾਡੀ ਸਕਿਨ ਨਹੀਂ ਫਟੂਗੀ, ਤੁਹਾਡੀਆਂ ਅੱਡੀਆਂ ਨਹੀਂ ਫਟੂਗੀਆਂ, ਤੁਹਾਡੇ ਬੁੱਲ ਨਹੀਂ ਖੁਸ਼ਕ ਪੈਣਗੇ, ਖਾਲੀ ਸਿਰਫ ਅਗਰ ਆਪਾਂ ਸਰੋਂ ਦਾ ਤੇਲ ਲਾਣੇ ਆ।
ਤਾਂ ਇਹ ਤਾਂ ਹੈਗਾ ਹੀ ਜੜੀ ਬੂਟੀਆਂ ਦਾ, ਕਾਫੀ ਸਾਰੀ ਜੜੀ ਬੂਟੀਆਂ ਦਾ ਮਿਸ਼ਰਣ ਹੈ। ਇੱਕ ਤੇਲ ਹੈਗਾ ਆ, ਜਦੋਂ ਆਪਾਂ ਇਹਨੂੰ ਨਾਭੀ 'ਚ ਪਾਉਂਦੇ ਆ, ਨਾਭੀ ਦੇ ਜ਼ਰੀਏ ਜਦੋਂ ਇਹ ਉਹਨਾਂ ਨਸਾਂ ਦੀ ਸਫਾਈ ਕਰਦੀ ਆ, ਸਾਡੇ ਖੂਨ ਨੂੰ ਸਾਫ਼ ਕਰਦੀ ਆ, ਤਾਂ ਬਿਮਾਰੀਆਂ ਜਿੱਥੋਂ ਪੈਦਾ ਹੁੰਦੀਆਂ ਆ ਇਹ ਉਸ ਜੜ੍ਹਾਂ ਨੂੰ ਖਤਮ ਕਰਦੀ ਆ। ਕਿਉਂਕਿ ਅਸੀਂ ਦਰਦ ਤੇ ਨਹੀਂ ਕੰਮ ਕਰਦੇ, ਅਸੀਂ ਬਿਮਾਰੀ ਦੇ। ਜਿਹੜੀ ਨਾਭੀ ਵੈਦਾ ਜਿਹੜਾ ਤੇਲ ਆ, ਇਹ ਤੁਸੀਂ ਕਿੰਨਾ ਟਾਈਮ ਹੋ ਗਿਆ ਇਹਨੂੰ ਯੂਜ਼ ਕਰ ਰਹੇ ਹੋ, ਔਰ ਕਿੰਨੇ ਕੁ ਇਹਦੇ ਨਾਲ ਤੁਹਾਡੇ ਪੇਸ਼ੈਂਟ ਠੀਕ ਹੋਏ, ਕਿੰਨੇ ਪੇਸ਼ੈਂਟ ਆਉਂਦੇ ਨੇ, ਉਹਨਾਂ ਬਾਰੇ ਸਾਨੂੰ ਕੋਈ ਜਾਣਕਾਰੀ ਦਿਓ। ਸਰ ਸਾਡੀ ਜਿਹੜੀ ਮੈਡੀਸਨ ਆ ਇਹ ਹਜ਼ਾਰਾਂ ਹੀ ਪੇਸ਼ੈਂਟ ਤੱਕ ਆਲਰੇਡੀ ਪਹੁੰਚ ਚੁੱਕੀ ਹੈ ਜੀ, ਤੇ ਬਹੁਤ ਸਾਰੀਆਂ ਬਿਮਾਰੀਆਂ ਹੈਗੀਆਂ ਆ ਜਿਨ੍ਹਾਂ ਤੋਂ ਲੋਕੀ ਆਲਰੇਡੀ ਰਾਹਤ ਪਾ ਚੁੱਕੇ ਆ। ਜਿੱਦਾਂ ਸ਼ੂਗਰ ਹੋ ਗਿਆ, ਬਲੱਡ ਪ੍ਰੈਸ਼ਰ ਹੋ ਗਿਆ, ਸਰਵਾਈਕਲ ਹੋ ਗਿਆ, ਥਾਇਰਾਇਡ ਹੋ ਗਿਆ, ਲੇਡੀਜ਼ ਦੇ ਬਹੁਤ ਸਾਰੇ ਗੁਪਤ ਰੋਗ ਹੁੰਦੇ ਨੇ, ਗਾਇਨੀਜ਼ ਦੇ, ਤੇ ਜੈਂਟਸ ਦੇ ਬਹੁਤ ਸਾਰੇ ਗੁਪਤ ਰੋਗ ਹੁੰਦੇ ਨੇ ਜਿਨ੍ਹਾਂ ਤੋਂ ਆਲਰੇਡੀ ਬੰਦੇ ਰਾਹਤ ਪਾ ਚੁੱਕੇ ਆ। ਤੁਸੀਂ ਕੁਝ ਟਾਈਮ ਵੇਟ ਕਰੋ, ਸਾਡੇ ਕੁਝ ਐਸੇ ਪੇਸ਼ੈਂਟ ਹੈਗੇ ਜਿਨ੍ਹਾਂ ਨਾਲ ਆਪਾਂ ਤੁਹਾਨੂੰ ਮਿਲਵਾਵਾਂਗੇ, ਤੇ ਤੁਹਾਨੂੰ ਖੁਦ ਉਹ ਆਪਣੀ ਮੂੰਹ ਜ਼ੁਬਾਨੀ ਦੱਸਣਗੇ ਕਿ ਉਹਨਾਂ ਨੂੰ ਕੀ ਬਿਮਾਰੀ ਸੀਗੀ ਤੇ ਉਹਨਾਂ ਨੇ ਇਸ ਮੈਡੀਸਨ ਨੂੰ ਯੂਜ਼ ਕਰਕੇ ਉਹਨਾਂ ਨੂੰ ਕਿੰਨਾ ਕੁ ਆਰਾਮ ਮਿਲਿਆ। ਬਾਕੀ ਰਹੀ ਗੱਲ ਕਿ ਹੋਰ ਕਿੰਨੇ ਕੁ ਪਰਸਨ ਹੈਗੇ ਆ ਜਾਂ ਪੇਸ਼ੈਂਟ ਹੈਗੇ ਆ ਜਿਨ੍ਹਾਂ ਨੂੰ ਆਰਾਮ ਆਇਆ, ਸਾਡਾ ਅਸਲ ਚੈਨਲ ਹੈਗਾ ਆ YouTube ਚੈਨਲ ਨਾਭੀ ਵੈਦਾ ਦੇ ਨਾਮ ਤੇ। ਤੁਸੀਂ ਉਸ ਚੈਨਲ ਤੇ ਜਾਓ, ਉਹਨੂੰ ਸਬਸਕ੍ਰਾਈਬ ਕਰੋ, ਉਹਨੂੰ ਦੇਖੋ, ਉਹਦੇ ਤੇ ਤੁਹਾਨੂੰ ਰੋਜ਼ ਨਿਤ ਨਵੀਂ ਤੁਹਾਨੂੰ ਇੱਕ ਰਿਜ਼ਲਟ ਉਹਦੇ ਤੇ ਅਪਡੇਟ ਹੁੰਦਾ ਆ। ਕਿਉਂਕਿ ਜੋ ਪਰਸਨ ਇਸ ਮੈਡੀਸਨ ਨੂੰ ਯੂਜ਼ ਕਰਕੇ ਆਪਣੀ ਬਿਮਾਰੀ ਤੋਂ ਰਾਹਤ ਪਾ ਰਿਹਾ ਆ, ਉਹ ਉਸ ਚੈਨਲ ਤੇ ਆ ਕੇ ਸਾਡਾ ਧੰਨਵਾਦ ਵੀ ਕਰਦਾ ਆ ਤੇ ਆਪਣੇ ਬਾਰੇ ਦੱਸਦਾ ਵੀ ਆ ਕਿ ਕੀ ਬਿਮਾਰੀ ਸੀ। ਇਹਦਾ ਜਿਹੜਾ ਕੋਰਸ ਆ ਉਹ ਇੱਕ ਪਰਸਨ ਲਈ 3 ਮਹੀਨੇ ਦਾ ਆ। ਮਤਲਬ ਘਰ ਦੇ ਵਿੱਚ ਅਗਰ ਇੱਕ ਪਰਸਨ ਇਹਨੂੰ ਯੂਜ਼ ਕਰਦਾ ਆ ਤਾਂ ਇਹ ਮੈਡੀਸਨ 3 ਮਹੀਨੇ ਪੂਰਾ ਕਵਰ ਕਰੂਗੀ। ਇਸ ਦੀਆਂ ਕਿੰਨੀਆਂ ਇਸ ਦੱਸਿਆ ਜਾਂਦਾ, ਤੁਸੀਂ ਦੱਸਿਆ ਕਿ ਇਹ 'ਚ 2 ਸ਼ੀਸ਼ੀਆਂ ਨੇ, ਉਹ 2 ਸ਼ੀਸ਼ੀਆਂ ਜੋ ਥੋੜ੍ਹਾ ਖੋਲ੍ਹ ਕੇ ਦੱਸੋਗੇ ਸਾਡੇ ਦਰਸ਼ਕਾਂ ਨੂੰ ਕਿ ਇਹ ਕਿਹੜੇ ਕੰਮ ਦੀ ਹੈਗੀ ਆ। ਸਰ ਜ਼ਰੂਰ ਆਪਾਂ ਤੁਹਾਨੂੰ ਇਹ ਕਰ ਦਿੰਦੇ ਆ ਕਲੀਅਰ ਕਿ ਇਹ ਜਿਹੜੀ ਮੈਡੀਸਨ ਆ, ਇਹ ਮੈਡੀਸਨ ਦਾ ਜਿਹੜਾ ਕੰਬੀਨੇਸ਼ਨ ਆ ਉਹ ਇੱਕ ਨਾਭੀ ਵੈਦਾ ਦੇ ਨਾਮ ਨਾਲ ਆ ਤੇ ਇੱਕ ਡੈਂਟਾ ਵੈਦਾ ਦੇ ਨਾਮ ਨਾਲ ਆ। ਐਂਡ ਡ੍ਰੌਪਰ ਅਸੀਂ ਨਾਲ ਦੇਈਦਾ ਆ ਕਿਉਂਕਿ ਇਸ ਮੈਡੀਸਨ ਦੀਆਂ ਸਿਰਫ 2 ਬੂੰਦਾਂ ਹੀ ਤੁਸੀਂ ਰੋਜ਼ਾਨਾ ਆਪਣੀ ਨਾਭੀ ਦੇ ਵਿੱਚ ਪਾਣੀਆਂ। ਇਹ ਕ੍ਰਿਸਟਲ ਦਾ ਡ੍ਰੌਪਰ ਆ ਸਰ, ਗਲਾਸ ਦਾ ਡ੍ਰੌਪਰ ਆ ਜਿਹੜਾ ਆਯੁਰਵੈਦ ਦੇ ਨਾਲ ਯੂਜ਼ ਹੁੰਦਾ ਆ। ਤੇ ਜਿਹੜੀ ਡੈਂਟਾ ਆ ਉਹ ਸਰ ਤੁਹਾਡੀਆਂ ਮੂੰਹ ਦੀਆਂ ਪ੍ਰੋਬਲਮਾਂ ਕਵਰ ਕਰਦੀ ਹੈ, ਜਿੱਦਾਂ ਮੂੰਹ ਦੇ ਵਿੱਚ ਛਾਲੇ ਹੋ ਜਾਂਦੇ ਆ ਜਾਂ ਖੂਨ ਨਿਕਲਣ ਲੱਗ ਜਾਂਦਾ ਆ। ਐਂਡ ਉਸ ਤੋਂ ਬਾਅਦ ਇਹ ਪੇਟ ਦੀਆਂ ਪ੍ਰੋਬਲਮਾਂ ਨੂੰ ਕਵਰ ਕਰਦੀ ਹੈ, ਜਿੱਦਾਂ ਗੈਸ ਹੋ ਗਈ, ਕਬਜ਼ ਹੋ ਗਈ, ਐਸਿਡਿਟੀ ਹੋ ਗਈ। ਸੋ ਇਹ ਦੋਨਾਂ ਹੀ ਮੈਡੀਸਨ ਦਾ ਕੰਬੀਨੇਸ਼ਨ ਆ ਜੀ। ਤੇ ਤੁਹਾਡਾ ਜਿਹੜਾ ਇਹਦਾ ਮੇਨ ਹੈੱਡ ਆਫਿਸ ਆ ਉਹ ਕਿੱਥੇ ਪਿਆ ਔਰ ਕਿੱਥੋਂ ਇਹਦੀ ਮੈਡੀਸਨ ਮਿਲੇਗੀ? ਸਰ ਇਹਦਾ ਜਿਹੜਾ ਹੈੱਡ ਆਫਿਸ ਆ ਉਹ ਬੰਗਾ 'ਚ ਹੈਗਾ ਆ, ਸ਼ਹੀਦ ਭਗਤ ਸਿੰਘ ਨਗਰ, ਹੱਪੋਵਾਲ ਰੋਡ 'ਤੇ। ਤੇ ਬਾਕੀ ਜਿਹੜੇ ਤੁਹਾਨੂੰ ਕੰਟੈਕਟ ਆ ਉਹ ਡਿਸਪਲੇ ਹੋ ਜਾਣਗੇ। ਅਗਰ ਕਿਸੇ ਨੇ ਕੰਟੈਕਟ ਕਰਕੇ ਇਸ ਮੈਡੀਸਨ ਨੂੰ ਮੰਗਵਾਉਣਾ ਆ ਤਾਂ ਉਹ ਜ਼ਰੂਰ ਸਾਡੇ ਤੱਕ ਪਹੁੰਚ ਕਰ ਸਕਦਾ ਆ। ਤੇ ਬਾਕੀ ਅੱਜ ਸਾਡਾ ਮੇਨ ਮਕਸਦ ਸੀਗਾ ਅੰਮ੍ਰਿਤਸਰ ਆਉਣ ਦਾ, ਉਹ ਇਹ ਕਿ ਇੱਕ ਪੇਸ਼ੈਂਟ ਦਾ ਜਿਹੜਾ ਕੋਰਸ ਆ ਉਹ ਸਾਡੀ ਮੈਡੀਸਨ ਦਾ ਚੱਲ ਰਿਹਾ ਸੀਗਾ। ਆਪਾਂ ਤੁਹਾਨੂੰ ਵੀ ਉਹਨਾਂ ਦੇ ਨਾਮ ਮਿਲਾਵਾਂਗੇ, ਆਪਾਂ ਉਹਨਾਂ ਦੀ ਜ਼ੁਬਾਨੀ ਸੁਣਦੇ ਹਾਂ ਕਿ ਕੀ ਪ੍ਰੋਬਲਮ ਸੀਗੀ, ਕਦੋਂ ਤੋਂ ਉਹਨਾਂ ਨੇ ਮੈਡੀਸਨ ਸ਼ੁਰੂ ਕੀਤੀ ਤੇ ਕੀ ਉਹਨਾਂ ਨੂੰ ਰਾਹਤ ਮਿਲੀ ਸੀ। ਹੋਰ ਜਿਹੜੇ ਪੇਸ਼ੈਂਟ ਹੈਗੇ ਸੀ, ਲੇਡੀਜ਼ ਪੇਸ਼ੈਂਟ ਨੇ, ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ, ਜੋ ਵੀ ਬੈਠੇ ਹੋਏ ਨੇ। ਭੈਣ ਜੀ ਕੀ ਨਾਮ ਆ ਤੁਹਾਡਾ? ਹੈਲੋ, ਮੇਰਾ ਸਰ ਕਿਰਨ ਨਾਮ ਆ ਔਰ ਮੈਂ ਨਾਭੀ ਵੇਦਾ ਯੂਜ਼ ਕਰ ਰਹੀ ਹਾਂ। ਮਤਲਬ ਅੱਜ 4-3 ਮਹੀਨੇ ਹੋ ਗਏ ਆ। ਔਰ ਮੈਨੂੰ ਕੀ ਪ੍ਰੋਬਲਮ ਕੀ ਸੀ ਤੁਹਾਨੂੰ? ਮੈਨੂੰ ਪ੍ਰੋਬਲਮ ਸੀ ਕਿ ਮੇਰੀ ਲੀਵਰ ਪ੍ਰੋਬਲਮ ਸੀ। ਖਾਣਾ ਖਾਂਦਿਆਂ ਸਾਰੀ ਮੈਨੂੰ ਟਾਇਲਟ ਜਾਣਾ ਪੈਂਦਾ ਸੀ ਔਰ ਵੀਕਨੈਸ ਮੇਰੀ ਪੂਰੀ ਬਾਡੀ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਖੋਖਲੀ ਹੋ ਚੁੱਕੀ ਸੀ। ਔਰ ਜਦ ਦੀ ਮੈਂ ਇਹ ਕਰ ਰਹੀ ਹਾਂ ਯੂਜ਼ ਤਾਂ ਮੈਨੂੰ ਕਾਫੀ ਆਰਾਮ ਆ। ਔਰ ਮੇਰੀ ਦੂਸਰੀ ਧਰਨ ਪ੍ਰੋਬਲਮ ਸੀ, ਜਿਸ ਤਰ੍ਹਾਂ ਕਿ ਲੇਡੀਜ਼ ਨੂੰ ਦੋਨੋਂ ਧਰਨ ਪ੍ਰੋਬਲਮ ਹੁੰਦੀ ਆ, ਉਹ ਸੀ ਤਾਂ ਮੇਰੀ ਇਹਦੇ ਨਾਲ ਹੀ ਕਾਫੀ ਫਰਕ ਪਿਆ ਵਾ। ਔਰ ਮੈਨੂੰ ਅੱਜ ਮਤਲਬ 5-6 ਸਾਲ ਹੋ ਗਏ ਸੀ ਕਿ ਮੈਨੂੰ ਆਰਾਮ ਹੀ ਨਹੀਂ ਆਉਂਦਾ ਡਾਕਟਰਸ ਦੀ ਮੈਡੀਸਨ ਲੈਣ 'ਤੇ ਵੀ। ਔਰ ਮੈਂ ਤਾਂ ਸ਼ੁਕਰ ਕਰਦੀ ਹਾਂ ਕਿ ਮੈਨੂੰ ਇਹ ਨਾਭੀ ਵੇਦਾ ਮਿਲੀ ਔਰ ਮੈਨੂੰ ਬਹੁਤ ਫਰਕ ਲੱਗਾ ਇਸ ਨਾਲ। ਸਰ ਮੇਰਾ ਨਾਮ ਗੁਲਸ਼ਨ ਕੁਮਾਰ ਹੈ। ਸਰ ਮੇਰੇ ਮਿਸਿਸ ਨੂੰ ਹਾਰਟ ਟਰਬਲ ਹੈਗੀ ਪਿਛਲੇ 5 ਸਾਲ ਤੋਂ। ਤੇ ਸਰ ਬੜੇ ਡਾਕਟਰ ਨੂੰ ਬਾਅਦ ਦਵਾਈ ਲਈ, ਈਗੋ ਕਰਾਈ, ਹਾਰਟ ਦੀ ਐਂਜੀਓਗ੍ਰਾਫੀ ਕਰਾਈ, ਲੇਕਿਨ ਕੋਈ ਫਰਕ ਨਹੀਂ ਪਿਆ। ਉਸ ਤੋਂ ਬਾਅਦ ਸਰ ਆਪਾਂ ਨਾਭੀ ਵੇਦਾ ਯੂਜ਼ ਕੀਤੀ ਤੇ ਉਹਨਾਂ ਨਾਲ ਹਾਰਟ ਬੀਟਿੰਗ ਕਾਫੀ ਕੰਟਰੋਲ 'ਚ ਗਈ ਹੈ ਤੇ ਚੈਸਟ ਪੇਨ ਕਾਫੀ ਰਿਡਿਊਸ ਹੋ ਗਈ। ਤੇ ਸਰ ਵੈਰੀ ਥੈਂਕਸ ਟੂ ਨਾਭੀ ਵੇਦਾ। ਮੈਂ ਤਾਂ ਇਹ ਕਹਾਂਗਾ ਸਰ ਡਾਕਟਰ ਦੇ ਬਜਾਏ ਆਪਾਂ ਨਾਭੀ ਵੇਦਾ ਦਾ ਯੂਜ਼ ਕਰਨਾ ਚਾਹੀਦਾ। ਕਿ ਨਾਭੀ ਵੇਦਾ ਦੇ ਡਾਇਰੈਕਟਰ ਸਾਹਿਬ ਨੇ ਸਾਨੂੰ ਦੱਸਿਆ ਗਿਆ ਸੀ ਕਿ ਅੰਮ੍ਰਿਤਸਰ ਦਾ ਮੀਰਾਕੋਟ ਤੇ ਇੱਕ ਪੇਸ਼ੈਂਟ ਆ ਸਾਡੀ ਕਿ ਜਿਹਨੂੰ ਧੁੰਨੀ ਦੇ ਵਿੱਚ ਇੰਜੈਕਸ਼ਨ ਲੱਗਦੇ ਆ
ਔਰ ਉਹਦੀ ਸ਼ੂਗਰ ਵੀ 400 450 ਰਹਿੰਦੀ ਆ। ਜੋ ਉਸ ਕੁੜੀ ਕੋਲ ਵੀ ਪੁੱਛਦੇ ਉਹਦੇ ਮਾਪਿਓ ਵੀ ਪੁੱਛਦੇ ਆ, ਬੇਟਾ ਕੀ ਨਾਮ ਤੇਰਾ, ਪੂਜਾ ਕੀ ਮੁਸ਼ਕਲ ਹੈ ਤੈਨੂੰ, ਸ਼ੂਗਰ ਕਿੰਨੀ ਸ਼ੂਗਰ ਰਹਿੰਦੀ 450 ਤੇ ਕੀ ਇੰਜੈਕਸ਼ਨ ਵਗੈਰਾ ਵੀ ਲੱਗਦਾ ਸੀ ਹਾਂਜੀ ਹੁਣ? ਨਹੀਂ ਹੁਣ ਨਹੀਂ ਲੱਗਦਾ ਹਾਂਜੀ ਭੈਣ ਜੀ, ਕੀ ਤੁਹਾਡੀ ਬੇਟੀ ਆ ਕਿੰਨੇ ਸਾਲ ਦੀ ਇਹ 14 ਸਾਲਾਂ ਦੀ ਹੈ। ਕੀ ਗੱਲ ਹੋ ਗਈ ਇਹਨੂੰ? ਇਹਨਾਂ ਨੂੰ ਸ਼ੂਗਰ ਦਾ ਸੀ। ਅੱਛਾ ਜੀ, ਕਦੋਂ ਦੀ ਸ਼ੂਗਰ ਹੈ? ਇਹਨਾਂ ਨੂੰ ਥੋੜਾ ਚਿਰ ਹੀ ਹੋਇਆ ਤੇ ਸ਼ੂਗਰ ਦਾ ਨੁਕਸ 4-5 ਮਹੀਨੇ ਹੀ ਹੋਏ ਤੇ ਨੇ। ਕਿਹੜੀ ਦਵਾਈ ਪਾਉਣ ਨਾਲ ਕਿਹਾ ਜਾਂਦਾ ਹੈ ਕਿ ਤੁਸੀਂ 2 ਬੂੰਦਾਂ ਹੀ ਪਾਉਂਦੇ ਸਵੇਰੇ ਤੇ 2 ਸ਼ਾਮ ਨੂੰ ਪਾਉਂਦੇ? ਇਹ ਵਾਲੀ ਭਾਜੀ ਅਸੀਂ ਲਿਆਂਦੀ ਮਤਲਬ ਕਿ ਨਾ ਤੇ ਮੈਂ ਪੜ੍ਹੀ ਲਿਖੀ ਹੈ ਨਹੀਂ ਆ ਕਿ ਇਹ ਵਾਲੀ ਦਵਾਈ ਆ। ਤੇ ਜ਼ਰੂਰੀ ਇਹ ਦਵਾਈ ਪਾਉਣ ਨਾਲ ਠੀਕ ਹੋਈ? ਤੁਸੀਂ ਡਾਕਟਰ ਹਾਂਜੀ। ਨੂੰ ਨਹੀਂ ਵਿਖਾਇਆ? ਨਹੀਂ ਡਾਕਟਰ ਕੋ ਕਿਉਂਕਿ ਸਾਡੇ ਕੋਲ ਪੈਸੇ ਇੰਨੇ ਹੈ ਨਹੀਂ। ਇਹ ਦਵਾਈ ਭਲਾ ਹੋਵੇ ਵਿਚਾਰੇ ਦਾ ਉਹਦਾ ਜਿਹਨੇ ਸਾਨੂੰ ਦਵਾਈ ਦਿੱਤੀ ਹੈ, ਇਹਦੇ ਨਾਲ ਮੇਰਾ ਬੱਚਾ ਠੀਕ ਹੈ। ਯਾਨੀ ਕਿ ਤੁਹਾਡੇ ਹਸਬੰਡ ਕੀ ਕਰਦੇ? ਮੇਰੇ ਤਾਂ ਹਸਬੈਂਡ ਰੱਖਿਆ ਹੁੰਦੇ ਅੱਛਾ, ਤੁਹਾਡੀ ਘਰ ਦੀ ਮਾਲੀ ਹਾਲਤ ਯਾਨੀ ਕਿ ਇੰਨੀ ਨਹੀਂ ਹੈ ਕਿ ਤੁਸੀਂ ਡਾਕਟਰ ਹਾਂਜੀ ਦੇ ਪੈਸੇ ਹਾਂਜੀ ਲਾ। ਨਹੀਂ ਯਾਨੀ ਕਿ ਇਹਨੂੰ ਕਿੰਨੇ ਦਿਨ ਹੋ ਗਏ ਪਾਉਂਦੇ ਔਰ ਕਿੰਨੇ ਦਿਨ ਚ ਫਰਕ ਪੈਂਦਾ? ਇਹਨੂੰ ਸਾਨੂੰ ਹੋ ਗਏ ਉਹਨੇ 20 ਕੁ ਦਿਨ ਪਾਉਂਦੇ 20 ਦਿਨ ਹੋ ਗਏ। ਹਾਂਜੀ ਅੱਛਾ, ਕਿ ਪਹਿਲਾਂ ਤੇ- ਇੰਜੈਕਸ਼ਨ ਲੱਗਦੇ ਸੀ ਇਹਨੂੰ? ਹਾਂਜੀ ਪਹਿਲਾਂ ਤਾਂ ਲੱਗਦੀ ਹੁਣ? ਹੁਣ ਨਹੀਂ ਲੱਗਦੀ। ਅੱਛਾ, ਹੁਣ ਇੰਜੈਕਸ਼ਨ ਬਿਲਕੁਲ ਬੰਦ ਹੈ, ਹਾਂਜੀ, ਸ਼ੂਗਰ ਹਾਂਜੀ। ਨਾਰਮਲ ਹੈ। ਹਾਂਜੀ ਸ਼ੂਗਰ ਨਾਲ। ਇਹਦੇ ਫਾਦਰ ਮਦਰ ਦੇ ਮੂੰਹੋਂ ਸੁਣ ਚੁੱਕੇ ਹੋ। ਇੱਕ ਮੈਂ ਗੱਲ ਕਰਨਾ ਚਾਹੁੰਦਾ ਸਾਂ ਕਿ ਇੱਕ ਜਦੋਂ ਇੱਕ ਬੁਖਾਰ ਚੜਦਾ ਤਾਂ ਜਾਂ ਕੋਈ ਪੈਰਾਸੀਟਾਮੋਲ ਜਾਂ ਡੋਲੋ ਕੋਈ ਗੋਲੀ ਖਾਂਦੇ ਉਹਦਾ ਸਵਾਦ ਵੀ ਸਾਨੂੰ ਪਤਾ ਲੱਗਦਾ ਹੈ। ਜੇ ਹੱਥ ਤੇ ਕੋਈ ਸੜ ਜਾਂਦਾ ਹੈ ਤੇ ਉੱਤੇ ਹੀ ਮਲਮ ਲਾਉਂਦੇ ਉਹਦਾ ਵੀ ਪਤਾ ਲੱਗਦਾ ਹੈ ਕਿ ਮਲਮ ਲਾਈ ਆ। ਤੇ ਜੇ ਕਿਤੇ ਸਾਨੂੰ ਮੋਚ ਆ ਜਾਂਦੀ ਤਾਂ ਸਾਨੂੰ ਵੀ ਪਤਾ ਲੱਗ ਜਾਂਦਾ ਕਿ ਸਾਡੇ ਮੋਚ ਆਈ ਤੇ ਉਹ ਟਿਊਬ ਲਾਉਣ ਨਾਲ ਸਾਡੇ ਸੇਕ ਚੜਦਾ ਤੇ ਉਹ ਠੀਕ ਹੋਣੀ ਸ਼ੁਰੂ ਹੁੰਦੀ ਹੈ। ਪਰ ਇੱਕ ਨਾਭੀ ਵੈਦਾ ਦੇ ਉੱਤੇ ਅਸੀਂ ਇੱਕ ਯਕੀਨ ਕਰਦੇ ਨਹੀਂ ਸੀ, ਪਰ ਹੁਣ ਸਾਨੂੰ ਕਰਨਾ ਪੈ ਗਿਆ ਕਿ ਛੋਟੀ ਜਿਹੀ ਬੱਚੀ ਨੂੰ 400 450 ਸ਼ੂਗਰ ਰਹਿੰਦੀ ਰਹੀ, ਜਿਹੜੇ ਕਿ ਇੰਜੈਕਸ਼ਨ ਲੱਗਦੇ ਸੀ। ਉਹਦੇ ਫਾਦਰ ਮਦਰ ਦੀ ਇੰਨੀ ਮਾੜੀ ਹਾਲਤ ਆ ਕਿ ਇੰਨੇ ਜ਼ਿਆਦਾ ਪੈਸੇ ਨਹੀਂ ਖਰਚ ਸਕਦੇ, ਉਹ ਡਾਕਟਰਾਂ ਦੇ ਕੋਲ ਨਹੀਂ ਜਾ ਸਕਦੇ, ਫਾਦਰ ਉਹਦੇ ਰਕਸ਼ਾ ਚਲਾਉਂਦੇ ਆ। ਬਾਕੀ ਨਾਭੀ ਵੇਦਾ ਜਿਹੜਾ ਆਇਲ ਉਹ ਕਹਿੰਦੇ ਸੀ 20 ਦਿਨ ਤੋਂ ਸ਼ੁਰੂ ਕੀਤਾ ਆ, ਪਾਇਆ ਬੜੇ ਪੇਸ਼ੈਂਟਾਂ ਨਾਲ ਅਸੀਂ ਗੱਲ ਕਰ ਚੁੱਕੇ ਹਾਂ। ਲੇਕਿਨ ਇਹ ਜੇ ਹਕੀਕਤ ਹੈਗੀ ਤੇ ਹਕੀਕਤ ਹੀ ਆ, ਕਿਉਂਕਿ ਪੁਰਾਣੇ ਜ਼ਮਾਨੇ ਦੇ ਵਿੱਚ ਅਸੀਂ ਨਹਾਉਣ ਤੋਂ ਬਾਅਦ ਨਾਭੀ ਦੇ ਉੱਤੇ ਤੇਲ ਲਾ ਲੈਂਦੇ ਸੀ। ਅੱਜ ਕੱਲ੍ਹ ਉਹ ਜ਼ਮਾਨਾ ਚਲਾ ਗਿਆ। ਅੱਜ ਕੱਲ੍ਹ ਅਸੀਂ ਅੰਗਰੇਜ਼ ਬਣਦੇ ਜਾਂਦੇ ਸਾਂ, ਅੰਗਰੇਜ਼ੀਆਂ ਦਵਾਈਆਂ ਉੱਤੇ ਆ ਗਏ ਸਾਂ। ਹੁਣ ਤੁਸੀਂ ਖੁਦ ਇਹਨਾਂ ਦੇ ਮੂੰਹ ਸੁਣ ਚੁੱਕੇ ਹੋ, ਸਾਡੀ ਵੇਖਣ ਦੀ ਜ਼ਰੂਰਤ ਸੀ। ਅਸੀਂ ਰਾਤ ਨੂੰ ਆਪਣੀ ਪੂਰੀ ਟੀਮ ਲੈ ਕੇ ਇਹਨਾਂ ਦੇ ਘਰ ਪਹੁੰਚੇ ਹਾਂ। ਉਹਨਾਂ ਨੇ ਬਿਲਕੁਲ ਇਹ ਸੱਚਾਈ ਹੋਈ ਆ ਔਰ ਸੱਚਾਈ ਅਸੀਂ ਅੱਜ ਜਾਣ ਚੁੱਕੇ ਹਾਂ। ਇਹੀ ਤੁਹਾਡੇ ਸਾਹਮਣੇ ਅਸੀਂ ਤੁਹਾਨੂੰ ਦਿਖਾਉਣਾ ਚਾਹੁੰਦੇ ਸੀ। ਸੋ ਸਾਰਿਆਂ ਨੂੰ ਇਹੀ ਹੈ ਕਿ ਨਾਭੀ ਵੇਦ ਦਾ ਤੇਲ ਤੁਸੀਂ ਇੱਕ ਵਾਰੀ ਯੂਜ਼ ਕਰਕੇ ਦੇਖੋ। ਜੇ ਤੁਹਾਨੂੰ ਕਿਸੇ ਨੂੰ ਫਰਕ ਪੈਂਦਾ ਤੇ ਸਾਡੇ ਚੈਨਲ ਦੇ ਰਾਹੀਂ ਸਾਨੂੰ ਜ਼ਰੂਰ ਦੱਸੋ। ਅਸੀਂ ਜ਼ਰੂਰ ਤੁਹਾਡੇ ਘਰ ਪਹੁੰਚਾਂਗੇ, ਜਿੱਥੇ ਵੀ ਹੋਊਗਾ ਉੱਥੇ ਅੱਗੇ ਤੁਹਾਡੀ ਇੰਟਰਵਿਊ ਲਵਾਂਗੇ।